एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਉਹਦਾ ਚੌਥਾ ਪਾਰਟ ਜੋ ਕਿ ਹੈਗਾ ਗਰੁੱਪ ਰਿਸਪੈਕਟ ਤੇ। ਯਾਨੀ ਇੱਕ ਗਰੁੱਪ ਦਾ ਮਤਲਬ ਹੁੰਦਾ ਹੈ ਸਮੂਹ ਤੇ ਰਿਸਪੈਕਟ ਦਾ ਮਤਲਬ ਸਤਿਕਾਰ ਕਰਨਾ, ਇੱਜ਼ਤ ਦੇਣਾ। ਹੁਣ इस पार्ट ਦੇ ਵਿੱਚ ऑब्जेक्टिव्स ਕੀ ਨੇ यानी उद्देश्य ਕੀ ਨੇ इस चैप्टर ਦੇ इस पार्ट ਦੇ। पहला, टू क्रिएट अ हेल्दी एंड प्रॉस्परस सोसाइटी, एक सेहतमंद ते खुशहाल समाज दी सिरजना करना। सेकंड, टू एक्सेप्ट द हैबिट ऑफ मैनुअल लेबर एज द बेसिस ऑफ ग्रुप रिस्पेक्ट, हथी किरत करन दी आदत ਨੂੰ ਸਮੂਹ ਸਤਕਾਰ ਤੇ ਆਦਰ ਵਜੋਂ ਉਹਨੂੰ ਸਵੀਕਾਰ ਕਰਨਾ। Third, to inspire the students for cooperation while working in a group, ਸਮੂਹ ਵਿੱਚ ਕੰਮ ਕਰਦੇ ਹੋਏ ਵਿਦਿਆਰਥੀਆਂ ਨੂੰ ਸਹਿਯੋਗ ਲਈ ਪ੍ਰੇਰਿਤ ਕਰਨਾ। ਤਾਂ ਚਲੋ ਆਪਾਂ ਹੁਣ ਸਹਿਯੋਗ ਕਰਕੇ ਇਸ ਚੈਪਟਰ ਨੂੰ ਵੀ ਚੰਗੇ ਤਰੀਕੇ ਦੇ ਨਾਲ ਸਮਝਦੇ ਹਾਂ। Gathering of more than one person is called a group, ਇੱਕ ਤੋਂ ਵੱਧ ਵਿਅਕਤੀ ਦੇ ਇਕੱਠ ਨੂੰ ਸਮੂਹ ਕਿਹਾ ਜਾਂਦਾ ਹੈ। A group plays a vital role in a civilized society, ਇੱਕ ਸਭਿਅਕ ਸਮਾਜ ਦੇ ਵਿੱਚ ਇੱਕ ਸਮੂਹ ਜਿਹੜਾ ਹੈ ਉਹ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। It enhances mutual cooperation, ਇਹ ਆਪਸੀ ਸਹਿਯੋਗ ਨੂੰ ਵਧਾਉਂਦਾ ਹੈ। A group can be considered a successful group only if it is free from the discrimination of religion, caste, color or creed। ਇੱਕ ਸਮੂਹ ਤਾਂ ਹੀ ਇੱਕ ਸਫਲ ਸਮੂਹ ਮੰਨਿਆ ਜਾਂਦਾ ਹੈ ਜਾਂ ਜਾ ਸਕਦਾ ਹੈ ਜੇਕਰ ਉਹ ਧਰਮ, ਜਾਤ, ਰੰਗ ਜਾਂ ਨਸਲ ਦੇ ਵਿਤਕਰੇ ਤੋਂ ਮੁਕਤ ਹੋਵੇ। Opportunism ਕਹਿਣ ਦਾ ਮਤਲਬ ਮੌਕਾ ਪ੍ਰਸਤੀ and hatred are just like termite for a group, ਮੌਕਾ ਪ੍ਰਸਤੀ ਅਤੇ ਨਫ਼ਰਤ ਇੱਕ ਸਮੂਹ ਲਈ ਦੀਮਕ ਵਾਂਗ ਹੁੰਦੇ ਨੇ। ਠੀਕ ਹੈ, ਤੇ ਟਰਮਾਈਟ ਦਾ ਮਤਲਬ ਹੁੰਦਾ ਉਹ ਜਿਹੜਾ ਕੀੜਾ ਲੱਕੜ ਨੂੰ ਲੱਗ ਜਾਂਦਾ ਹੈ। If we want self-respect, then we will have to adopt a positive approach to respect others। ਜੇਕਰ ਅਸੀਂ ਚਾਹੁੰਦੇ ਹਾਂ ਵੀ ਦੂਜੇ ਸਾਡੀ ਇੱਜ਼ਤ ਕਰਨ ਤਾਂ ਇਹ ਜ਼ਰੂਰੀ ਹੈਗਾ ਵੀ ਅਸੀਂ ਆਪਣੀ ਅਪਰੋਚ, ਆਪਣਾ ਤਰੀਕਾ ਅਜਿਹਾ ਵਰਤੀਏ ਕਿ ਦੂਜਿਆਂ ਨੂੰ ਵੀ ਅਸੀਂ ਇੱਜ਼ਤ ਦਈਏ, ਤਾਂ ਹੀ ਅਗਲਾ ਸਾਨੂੰ ਇੱਜ਼ਤ ਦੇਗਾ। There is a wise saying, as you sow, so shall you reap। ਇੱਕ ਬਹੁਤ ਵਧੀਆ ਕਹਾਵਤ ਕਹੀ ਜਾਂਦੀ ਹੈ ਵੀ ਜਿਵੇਂ ਦਾ ਤੁਸੀਂ ਬੀਜੋਗੇ ਉਹੀ ਤੁਸੀਂ ਵੱਢੋਗੇ, ਹੈ ਕਿ ਨਹੀਂ? ਜਿਹੋ ਜਿਹਾ ਬੀਜ ਹੋਏਗਾ ਉਹੀ ਤੁਹਾਨੂੰ ਮਿਲੇਗੀ ਫਸਲ। Sooner or later we will have to face the consequences of our deeds, ਜਲਦੀ ਹੀ ਜਾਂ ਬਾਅਦ ਦੇ ਵਿੱਚ ਸਾਨੂੰ ਆਪਣੇ ਕਰਮਾਂ ਦਾ ਫਲ ਤਾਂ ਭੁਗਤਣਾ ਪਵੇਗਾ। If we accept rewards for our good deeds gladly, then we should have no problem in owning up the responsibility for our bad deeds instead of blaming others। ਬੜੀ ਵਧੀਆ ਗੱਲ ਕਹੀ ਹੈ ਕਿ ਜੇਕਰ ਅਸੀਂ ਆਪਣੇ ਚੰਗੇ ਕੰਮਾਂ ਦਾ ਜਿਹੜਾ ਇਨਾਮ ਹੈਗਾ ਉਹ ਖੁਸ਼ੀ-ਖੁਸ਼ੀ ਸਵੀਕਾਰ ਕਰਦੇ ਹਾਂ ਤਾਂ ਸਾਨੂੰ ਦੂਜਿਆਂ ਤੇ ਦੋਸ਼ ਲਗਾਉਣ ਦੀ ਬਜਾਏ ਆਪਣੇ ਮਾੜੇ ਕੰਮਾਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਆਪਣੇ ਉੱਪਰ ਹੀ ਲੈਣੀ ਚਾਹੀਦੀ ਹੈ, ਬੇਸ਼ੱਕ ਉਹ ਗੱਲ ਔਖੀ ਹੋਏ। In doing so, indirectly, this responsibility becomes the reason of respect for others। ਅਜਿਹਾ ਕਰਨ ਨਾਲ ਜਦ ਆਪਾਂ ਆਪਣੀ ਗਲਤੀ ਆਪਣੇ ਉੱਪਰ ਲੈ ਦਿੰਦੇ ਹਾਂ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ indirectly ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੁੱਲ ਮਿਲ ਕੇ ਆਪਾਂ ਇਹੀ ਦੂਜਿਆਂ ਨੂੰ ਮੌਕਾ ਦਿੰਦੇ ਹਾਂ ਵੀ ਉਹ ਸਾਡੀ ਇੱਜ਼ਤ ਕਰਨ, ਕਿਉਂਕਿ ਸੱਚਾਈ ਦੇ ਨਾਲ ਆਪਾਂ ਖੜੇ ਹੋਏ ਹਾਂ ਨਾ, ਆਪਣੀ ਗਲਤੀ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈਏ। It strengthens our moral values, ਇਹ ਸਾਡੀਆਂ ਨੈਤਿਕ ਜਿਹੜੀ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਵੀ ਮਜ਼ਬੂਤ ਕਰਦਾ ਹੈ ਵੀ ਆਪਾਂ ਸਹੀ ਲਈ ਖੜੇ ਹੁੰਦੇ ਹਾਂ। This is the need of the hour, ਤੇ ਇਹ ਹੀ ਸਮੇਂ ਦੀ ਲੋੜ ਹੈਗੀ ਹੈ ਵੀ ਸਾਨੂੰ ਸਹੀ ਲਈ ਖੜੇ ਹੋਣਾ ਚਾਹੀਦਾ। ਹੁਣ ਇੱਥੇ ਐਕਟੀਵਿਟੀ ਦੱਸੀ ਗਈ ਹੈ, ਟਿਕ us ਏਦਾਂ ਕਰਕੇ cross the suitable option against each statement in the table given below। ਇੱਥੇ ਕਾਂਟਾ ਲਾਉਣ ਲਈ ਕਿਹਾ, ਵੈਸੇ ਮੈਂ ਟਿਕ ਲਾਤਾ ਜਿਹੜੀ ਸਟੇਟਮੈਂਟ ਦੇ ਅੱਗੇ ਜੋ ਵੀ ਤੁਹਾਨੂੰ ਲੱਗਦਾ ਵੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ। Let us analyze ourselves so that our concept regarding group respect becomes clear। ਤੇ ਆਓ
ਆਪਣੇ ਜਿਹੜੇ ਵਿਚਾਰ ਹੈਗੇ ਨੇ, ਜਿਹੜੀ ਸੋਚ ਹੈਗੀ ਹੈ, ਉਹ ਕਲੀਅਰ ਕਰਦੇ ਹਾਂ, ਸਮਝਦੇ ਹਾਂ ਵੀ ਇੱਕ ਸਮੂਹ ਸਤਕਾਰ ਬਾਰੇ ਸਾਡੀ ਕੀ ਸੋਚ ਹੈਗੀ। ਇੱਥੇ ਸਟੇਟਮੈਂਟਸ ਦਿੱਤੀਆਂ ਹੋਈਆਂ, ਇੱਥੇ ਲਿਖਿਆ ਨੈਵਰ, ਕਦੇ ਨਹੀਂ, ਰੇਅਰਲੀ, ਕਦੇ ਕਦੇ, ਜਾਂ ਵਿਰਲੇ ਹੀ ਆਪਾਂ ਕਹਿ ਸਕਦੇ ਹਾਂ, ਸਮਟਾਈਮਸ, ਕਈ ਵਾਰ, often ਦਾ ਮਤਲਬ ਅਕਸਰ, always ਦਾ ਮਤਲਬ ਹਮੇਸ਼ਾ। ਜਿਵੇਂ I think about respect, ਮੈਂ ਸਤਕਾਰ ਬਾਰੇ ਸੋਚਦਾ ਹਾਂ, ਸੋਚਦੀ ਹਾਂ ਹਮੇਸ਼ਾ, always। I need respect for myself, ਵੀ ਮੈਨੂੰ ਆਪਣੇ ਲਈ ਇੱਜ਼ਤ ਦੀ ਲੋੜ ਹੈਗੀ ਹੈ, ਹਮੇਸ਼ਾ, ਹਰ ਕਿਸੇ ਨੂੰ ਹੁੰਦੀ ਹੈ। I consider it good to respect others, ਮੈਂ ਦੂਜਿਆਂ ਦੀ ਇੱਜ਼ਤ ਕਰਨਾ ਚੰਗਾ ਸਮਝਦਾ ਜਾਂ ਸਮਝਦੀ ਹਾਂ, ਹਮੇਸ਼ਾ। I take help of others to satisfy my needs, ਮੈਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਦੂਜਿਆਂ ਦੀ ਮਦਦ ਲੈਂਦਾ ਹਾਂ ਜਾਂ ਦੂਜਿਆਂ ਤੋਂ ਮਦਦ ਲੈਂਦੀ ਹਾਂ, ਕਦੇ ਕਦੇ ਲੈਣੀ ਪੈ ਸਕਦੀ, ਕਿਉਂਕਿ ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ। I always remain keen to help others, ਮੈਂ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਦੇ ਲਈ ਉਤਸੁਕ ਰਹਿੰਦਾ ਹਾਂ ਜਾਂ ਰਹਿੰਦੀ ਹਾਂ। ਇਹਦੇ ਲਈ ਮੈਂ ਲਿਖਿਆ often, ਜ਼ਿਆਦਾਤਰ ਮੈਂ ਰਹਿੰਦਾ ਹੀ ਹਾਂ, ਕਿਉਂਕਿ ਕਈ ਵਾਰ ਹੋ ਸਕਦਾ ਮੈਂ ਅਵੇਲੇਬਲ ਹੀ ਨਾ ਹੋਵਾਂ, ਤੇ ਇਸੇ ਕਰਕੇ ਮੈਂ always ਹੀ ਲਿਖਿਆ। I think of working in a group, ਮੈਂ ਇੱਕ ਸਮੂਹ ਵਿੱਚ ਕੰਮ ਕਰਨ ਬਾਰੇ ਸੋਚਦਾ ਹਾਂ, ਕਦੇ ਕਦੇ, ਬਿਲਕੁਲ। I prefer selfishness in life, ਮੈਂ ਜ਼ਿੰਦਗੀ ਵਿੱਚ ਸਵਾਰਥ ਜਾਂ ਸਵਾਰਥੀ ਜਿਹੜੀ ਸੋਚ ਹੈਗੀ ਹੈ ਉਹਨੂੰ ਜ਼ਿਆਦਾ ਤਵੱਜੂ ਦਿੰਦਾ, ਕਦੇ ਵੀ ਨਹੀਂ। I am in favor of impartiality in a group, ਵੀ ਮੈਂ ਇੱਕ ਸਮੂਹ ਦੇ ਵਿੱਚ ਨਿਰਪੱਖਤਾ ਦਾ ਜਿਹੜਾ ਸੋਚ ਹੈਗੀ ਹੈ ਜਾਂ ਨਿਰਪੱਖਤਾ ਦੇ ਹੱਕ ਵਿੱਚ ਹੀ ਫੈਸਲੇ ਹੋਣ, ਇਹ ਜਿਹਾ ਸੋਚਦਾ, ਬਿਲਕੁਲ। I take the reward of good result myself, ਵੀ ਜੇਕਰ ਕੋਈ ਚੰਗਾ ਨਤੀਜਾ ਆਇਆ ਤਾਂ ਉਹਦਾ ਜੋ ਵੀ ਰਿਵਾਰਡ ਹੈਗਾ ਵੀ ਇਹ ਮੈਂ ਕੀਤਾ ਹੈ, ਇੱਦਾਂ ਮੈਂ ਕਰ ਲੈਂਦਾ, ਨਹੀਂ, ਕਦੇ ਵੀ ਨਹੀਂ। ਇਹ ਨਹੀਂ, ਜੇ ਗਰੁੱਪ ਦੇ ਵਿੱਚ ਹੋਇਆ ਤਾਂ ਮੈਂ ਸਾਰਿਆਂ ਨੂੰ ਉਹਦਾ ਹੱਕਦਾਰ ਮੰਨਦਾ। ਇੱਕ ਹੋਰ ਐਕਟੀਵਿਟੀ ਦਿੱਤੀ ਗਈ ਹੈ, Activity 2. In this activity, the students will assume that they are the inhabitants of the village of the story given below. ਇਸ ਗਤੀਵਿਧੀ ਵਿੱਚ ਵਿਦਿਆਰਥੀ ਇਹ ਮੰਨ ਲੈਣਗੇ ਕਿ ਉਹ ਹੇਠਾਂ ਦਿੱਤੀ ਕਹਾਣੀ ਦੇ ਪਿੰਡ ਦੇ ਵਾਸੀ ਹਨ। And all the imaginary incidents have taken place before them. ਤੇ ਕਿਉਂਕਿ ਉਹ ਇਸ ਪਿੰਡ ਦੇ ਵਾਸੀ ਹੈਗੇ ਨੇ ਤੇ ਉਹਨਾਂ ਦੇ ਅੱਗੇ ਸਾਰੀਆਂ ਇਹ ਕਾਲਪਨਿਕ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਵਾਪਰੀਆਂ ਨੇ। The students assuming themselves a part of the village will also answer a few questions. ਹੁਣ ਵਿਦਿਆਰਥੀ ਆਪਣੇ ਆਪ ਨੂੰ ਪਿੰਡ ਦਾ ਹਿੱਸਾ ਮੰਨਦੇ ਹੋਏ ਕੁਝ ਸਵਾਲਾਂ ਦੇ ਜਵਾਬ ਵੀ ਦੇਣਗੇ। ਆ ਦੇਖੋ, ਬੱਚੇ ਸਾਰੇ ਖੇਡ ਰਹੇ ਨੇ ਇਕੱਠੇ, ਤੁਸੀਂ ਇਸੇ ਪਿੰਡ ਦਾ ਹਿੱਸਾ ਹੈਗੇ ਹੋ। ਕਹਾਣੀ ਇਹ ਹੈਗੀ ਹੈ, The people of your village are very innocent. ਤੁਹਾਡੇ ਜਿਹੜੇ ਪਿੰਡ ਦੇ ਲੋਕ ਹੈਗੇ ਨੇ ਉਹ ਵਿਚਾਰੇ ਬਹੁਤ ਜ਼ਿਆਦਾ ਭੋਲੇ ਹੈਗੇ ਨੇ। They do manual labor in order to run their families. ਤੇ ਉਹ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਹੱਥੀ ਕੀਰਤ ਕਰਦੇ ਨੇ। Living with understanding has become their nature. ਤੇ ਸਮਝਦਾਰੀ ਨਾਲ ਰਹਿਣਾ ਉਹਨਾਂ ਦੇ ਸੁਭਾਅ ਵਿੱਚ ਹੀ ਆ ਗਿਆ, ਉਹਨਾਂ ਦਾ ਸੁਭਾਅ ਬਣ ਗਿਆ। Some cunning and clever people succeed in dividing the villagers with their moves to cater to their ulterior motives. ਹੁਣ ਇੱਥੇ ਦੱਸਿਆ ਗਿਆ ਵੀ ਪਿੰਡ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਸਮਝਦਾਰੀ ਨਾਲ ਰਹਿੰਦੇ ਨੇ, ਪਰ ਕੁਝ ਚਲਾਕ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਮੋਟਿਵਸ ਨੂੰ ਪੂਰਾ ਕਰਨ ਦੇ ਲਈ, ਆਪਣੇ ਸਵਾਰਥ ਨੂੰ ਪੂਰਾ ਕਰਨ ਦੇ ਲਈ ਪਿੰਡ ਦੇ ਲੋਕਾਂ ਨੂੰ ਦੋ ਸਮੂਹਾਂ ਦੇ ਵਿੱਚ ਵੰਡ ਦਿੰਦੇ ਨੇ। The different group of villagers get engaged in rivalry. ਤੇ ਉਹ ਜਿਹੜੇ ਦੋ ਵੱਖੋ ਵੱਖ ਗਰੁੱਪ ਬਣ ਜਾਂਦੇ ਨੇ, ਉਹ ਆਪਸ ਦੇ ਵਿੱਚ ਲੜਦੇ ਰਹਿੰਦੇ ਨੇ, ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ, ਕਿਉਂਕਿ ਉਹ ਆਪਸੀ ਵੰਡ ਨਹੀਂ ਹੈਗੀ ਹੈ, ਉਹ ਕੋਈ ਕਰਾਂਦਾ ਹੈ ਉਹਨਾਂ ਵਿੱਚ, ਫੁੱਟ ਪਵਾਉਂਦਾ ਹੈ। People with negative thinking don't want mutual social relations. ਤੇ ਜਿਹੜੇ ਲੋਕ ਗਲਤ ਸੋਚਦੇ ਨੇ, ਨੈਗੇਟਿਵ ਸੋਚਦੇ ਨੇ, ਆਪਣੇ ਮਤਲਬ ਬਾਰੇ ਹੀ ਸੋਚਦੇ ਨੇ, ਉਹ ਨਹੀਂ ਚਾਹੁੰਦੇ ਵੀ ਰਿਸ਼ਤਿਆਂ ਦੇ ਵਿੱਚ ਆਪਸੀ ਪਿਆਰ ਹੋਵੇ, ਲੋਕ ਇੱਕ ਹੋ ਕੇ ਰਹਿਣ। But people with positive thinking want peace as it was before. ਪਰ ਜਿਹੜੇ ਲੋਕ ਵਧੀਆ ਸੋਚਦੇ ਨੇ, ਪੋਜ਼ਿਟਿਵ ਸੋਚਦੇ ਨੇ, ਉਹ ਚਾਹੁੰਦੇ ਨੇ ਵੀ ਇਹ ਫੁੱਟ ਨਾ ਰਹੇ ਪਿੰਡ ਦੇ ਵਿੱਚ, ਸਗੋਂ ਪਹਿਲਾਂ ਵਾਂਗ ਜਿਹੜਾ ਇੱਕ ਸਹਿਯੋਗ ਨਾਲ ਰਹਿੰਦੇ ਸੀ, ਪਿਆਰ ਨਾਲ ਰਹਿੰਦੇ ਸੀ, ਖੁਸ਼ੀ ਨਾਲ ਰਹਿੰਦੇ ਸੀ, ਉਹੋ ਜਿਹਾ ਵਾਤਾਵਰਣ ਹੋ ਜੇ।
ਤੇ ਇੱਥੇ ਵਰਕਸ਼ੀਟ ਦਿੱਤੀ ਗਈ ਹੈ। ਜਿਵੇਂ ਪਹਿਲਾ ਸਵਾਲ ਹੈ, will you ignore the division of the villagers into different groups? ਕਿਉਂਕਿ ਤੁਸੀਂ ਇਸ ਪਿੰਡ ਦੇ ਵਾਸੀ ਹੈਗੇ ਹੋ ਤਾਂ ਸਵਾਲ ਪੁੱਛਿਆ ਗਿਆ ਹੈ ਕਿ ਤੁਸੀਂ ਪਿੰਡ ਵਾਸੀਆਂ ਦੀ ਵੱਖ-ਵੱਖ ਜਿਹੜੇ ਧੜਿਆਂ ਵਿੱਚ ਵੰਡੇ ਹੋਏ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੋਗੇ? ਤੇ ਇੱਥੇ ਮੈਂ ਉੱਤਰ ਲਿਖਿਆ ਹੈ no, I will not ignore the division of the villagers into different groups. ਵੀ ਨਹੀਂ, ਮੈਂ ਪਿੰਡ ਵਾਸੀਆਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡਣ 'ਚ ਬਿਲਕੁਲ ਵੀ ਹੱਕ 'ਚ ਨਹੀਂ ਹਾਂ। ਦੂਜਾ ਸਵਾਲ, what steps will you take to advise the villagers? ਪਿੰਡ ਵਾਸੀਆਂ ਨੂੰ ਸਲਾਹ ਦੇਣ ਲਈ ਤੁਸੀਂ ਕੀ ਕਦਮ ਚੁੱਕੋਗੇ? ਤੇ ਮੈਂ ਲਿਖਿਆ in order to advise the villagers, I will remind them of the past. ਪਿੰਡ ਵਾਸੀਆਂ ਨੂੰ ਸਲਾਹ ਦੇਣ ਲਈ ਮੈਂ ਉਹਨਾਂ ਨੂੰ ਅਤੀਤ ਦੀ ਯਾਦ ਦਿਵਾਵਾਂਗਾ, where they used to get along with each other. ਉਸ ਸਮੇਂ ਜਦੋਂ ਉਹ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਸੀ, ਆਪਸੀ ਸਾਂਝ ਸੀ। I will try to explain the motive of these cunning people through a story. ਤੇ ਜਿਹੜੇ ਚਲਾਕ ਲੋਕ ਨੇ ਜੋ ਵਿੱਚ ਫੁੱਟ ਪਵਾ ਰਹੇ ਨੇ, ਇਹਨਾਂ ਦੀ ਅਸਲੀ ਮੋਟਿਵ ਕੀ ਹੈਗਾ ਹੈ, ਕੀ ਕਰਨਾ ਚਾਹੁੰਦੇ ਨੇ, ਇਹ ਵੀ ਪਿੰਡ ਵਾਸੀਆਂ ਨੂੰ ਸਮਝਾਵਾਂਗੇ ਇੱਕ ਕਹਾਣੀ ਦੇ ਨਾਲ। How will you expose the cunning people? ਤੁਸੀਂ ਚਲਾਕ ਲੋਕਾਂ ਦਾ ਪਰਦਾਫਾਸ਼ ਕਿਵੇਂ ਕਰੋਗੇ? ਤੇ ਮੈਂ ਇੱਥੇ ਆਨਸਰ ਲਿਖਿਆ ਹੈ I will try to befriend these cunning people to know their motive. ਵੀ ਮੈਂ ਇਹਨਾਂ ਚਲਾਕ ਲੋਕਾਂ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਇਹਨਾਂ ਦਾ ਜਿਹੜਾ ਮੋਟਿਵ ਹੈ, ਸੋਚ ਹੈ, ਉਹ ਜਾਣਨ ਦੀ ਕੋਸ਼ਿਸ਼ ਕਰਾਂਗਾ। I will also try to collect evidence in order to expose them in front of the villagers. ਤੇ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦਾ ਪਰਦਾਫਾਸ਼ ਕਰਾਵਾਂ ਪਿੰਡ ਵਾਲਿਆਂ ਦੇ ਸਾਹਮਣੇ। ਉਸ ਕਰਕੇ ਮੈਂ ਇਹਨਾਂ ਦੇ ਅਗੇਂਸਟ ਜਿਹੜੇ ਐਵੀਡੈਂਸ ਹੈਗੇ ਨੇ, ਸਬੂਤ ਹੈਗੇ ਨੇ, ਉਹ ਇਕੱਠੇ ਕਰਾਂ। ਅਗਲਾ ਚੌਥਾ ਸਵਾਲ, which method will you adopt to safeguard the respect of different groups? ਵੱਖ-ਵੱਖ ਸਮੂਹਾਂ ਦੀ ਇੱਜ਼ਤ ਦੀ ਰਾਖੀ ਲਈ ਤੁਸੀਂ ਕਿਹੜਾ ਤਰੀਕਾ ਅਪਣਾਓਗੇ? ਤੇ ਮੈਂ ਲਿਖਿਆ to safeguard the respect of different groups, ਵੱਖ-ਵੱਖ ਸਮੂਹਾਂ ਦੀ ਇੱਜ਼ਤ ਦੀ ਰਾਖੀ ਲਈ I will remind them of those days when they used to get along with each other and used to live in harmony. ਮੈਂ ਉਹਨਾਂ ਨੂੰ ਉਹਨਾਂ ਦਿਨਾਂ ਦੀ ਯਾਦ ਕਰਾਵਾਂਗਾ ਜਦੋਂ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਸੀ ਤੇ ਨਾਲ ਦੀ ਨਾਲ ਪਿਆਰ ਨਾਲ, ਸ਼ਾਂਤੀ ਨਾਲ ਰਹਿੰਦੇ ਸੀ। ਅਗਲਾ ਪੰਜਵਾਂ ਸਵਾਲ, will you pat your back yourself for the restoration of peace in the village? ਕੀ ਤੁਸੀਂ ਪਿੰਡ ਦੇ ਵਿੱਚ ਸ਼ਾਂਤੀ ਲਿਆਉਣ ਦੇ ਲਈ ਸਿਰਫ ਆਪਣੇ ਆਪ ਨੂੰ ਥਪਥਪਾ ਹੀ ਦੋਗੇ, ਆਪਣੇ ਆਪ ਨੂੰ ਇਨਾਮ ਦੇ ਹੱਕਦਾਰ ਸਮਝੋਗੇ ਵੀ ਤੁਹਾਡੇ ਕਰਕੇ ਜਿਹੜਾ ਪਿੰਡ ਹੈ ਇਕੱਠਾ ਹੋ ਗਿਆ, ਜਾਂ ਬਾਕੀਆਂ ਨੂੰ ਵੀ ਇਸ ਦਾ ਹੱਕਦਾਰ ਸਮਝੋਗੇ? ਮੈਂ ਲਿਖਿਆ no, instead of my own back, ਜਾਂ ਇੱਥੇ ਆਏਗਾ no, instead of patting, ਥਪਥਪਾਣਾ, my own back, I would praise the villagers because due to their understanding, peace and harmony was restored in the village. ਮੈਂ ਆਪਣੇ ਆਪ ਨੂੰ ਸ਼ਾਬਾਸ਼ੀ ਨਹੀਂ ਦੇਵਾਂਗਾ, ਉਸ ਦੀ ਬਜਾਏ ਮੈਂ ਪਿੰਡ ਵਾਸੀਆਂ ਨੂੰ ਸ਼ਾਬਾਸ਼ੀ ਦੇਵਾਂਗਾ ਜਾਂ ਸ਼ਾਬਾਸ਼ੀ ਦੇਵਾਂਗੀ, ਉਹਨਾਂ ਦੀ ਪ੍ਰਸ਼ੰਸਾ ਕਰਾਂਗੀ, ਕਿਉਂਕਿ ਉਹਨਾਂ ਦੀ ਸਮਝ ਕਰਕੇ ਪਿੰਡ ਵਿੱਚ ਸ਼ਾਂਤੀ ਤੇ ਹਾਰਮਨੀ ਜਿਹੜੀ ਹੈਗੀ ਹੈ, ਪਿਆਰ ਜਿਹੜਾ ਹੈਗਾ, ਸਦਭਾਵਨਾ ਜਿਹੜੀ ਹੈ, ਉਹ ਵਾਪਸ ਆ ਗਈ ਹੈ। ਅੱਗੇ put a tick or a cross to show whether the different methods for group respect given below are right or wrong. ਸਹੀ ਜਾਂ ਗਲਤ ਦਾ ਨਿਸ਼ਾਨ ਲਾਣਾ ਹੈ, ਇਹ ਦੱਸਣਾ ਹੈ ਵੀ ਗਰੁੱਪ ਰਿਸਪੈਕਟ ਦੇ ਲਈ ਜਿਹੜੇ ਤਰੀਕੇ ਨੇ ਠੀਕ ਨੇ ਜਾਂ ਗਲਤ ਨੇ। ਪਹਿਲਾ, ਯੂਜ਼ ਆਫ ਹੰਬਲਨੈਸ, ਕਹਿਣ ਦਾ ਮਤਲਬ ਨਿਮਰਤਾ ਦੀ ਵਰਤੋਂ, ਠੀਕ ਹੈ। ਟਿਟ ਫॉर ਟੈਟ, ਯਾਨੀ ਜੇ ਕਿਸੇ ਨੇ ਮੇਰੇ ਨਾਲ ਮਾੜਾ ਕੀਤਾ ਉਹਦੇ ਨਾਲ ਵੀ ਉਹੋ ਜਿਹਾ ਹੀ ਹੋਏ, ਮੈਂ ਵੀ ਉਹੋ ਜਿਹਾ ਕਰਾਂ, ਇਹ ਗਲਤ ਹੈ। ਟੂ ਯੂਜ਼ ਹਾਰਸ਼ ਵਰਡਸ, ਆਪਾਂ ਕਹਿ ਸਕਦੇ ਹਾਂ ਬੁਰੇ ਸ਼ਬਦਾਂ ਦਾ ਵਰਤੋਂ ਕਰਨੀ, ਇਹ ਵੀ ਗਲਤ ਹੈ। ਟੂ ਕੀਪ ਪੇਸ਼ੈਂਸ, ਯਾਨੀ ਸਬਰ ਰੱਖਣਾ, ਧੀਰਜ ਰੱਖਣਾ, ਬਿਲਕੁਲ ਠੀਕ ਹੈ। ਟੂ ਟਰੀਟ ਵਿਦ ਲਵ, ਪਿਆਰ ਨਾਲ ਦੂਜਿਆਂ ਨੂੰ ਟਰੀਟ ਕਰਨਾ, ਇਹ ਵੀ ਠੀਕ ਹੈ। ਟੂ ਸ਼ੋ ਆਫ ਐਂਡ ਐਕਸਪਲੋਇਟ, ਦਿਖਾਵਾ ਕਰਨਾ, ਸ਼ੋਸ਼ਣ ਕਰਨਾ, ਗਲਤ। ਟੂ ਰਿਸਪੈਕਟ ਦ ਫੀਲਿੰਗਸ ਆਫ ਅਦਰਸ, ਦੂਜਿਆਂ ਦੀ ਭਾਵਨਾਵਾਂ ਦਾ ਆਦਰ ਕਰਨਾ, ਇਹ ਬਿਲਕੁਲ ਠੀਕ ਹੈ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਪਹਿਲਾ ਪਾਰਟ ਸਮਝ ਆ ਗਿਆ ਹੋਏਗਾ। ਹੁਣ ਅਗਲੀ ਕਲਾਸ ਦੇ ਵਿੱਚ ਆਪਾਂ ਨੈਕਸਟ ਪਾਰਟ ਜਿਹੜਾ ਹੈ ਇਸ ਚੈਪਟਰ ਦਾ ਡਿਸਕਸ ਕਰਾਂਗੇ।
ਪਰ ਤੁਸੀਂ ਮੈਨੂੰ ਹੋਰ ਗੱਲਾਂ ਜ਼ਰੂਰ ਦੱਸਿਓ ਆਪਣੇ ਬਾਰੇ ਵੀ, ਕੀ ਤੁਸੀਂ ਗਰੁੱਪ ਰਿਸਪੈਕਟ ਕਰਦੇ ਹੋ, ਉਹਦੇ ਨਾਲ ਰਹਿੰਦੇ ਹੋ, ਗਰੁੱਪ ਦੇ ਵਿੱਚ ਸਾਂਝ ਰੱਖਦੇ ਹੋ ਜਦ ਕੋਈ ਕਲਾਸ ਵਿੱਚ ਕੰਮ ਮਿਲਦਾ ਹੈ, ਜਾਂ ਮੈਂ ਹੀ ਕਰਦੇ ਰਹਿੰਦੇ ਹੋ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਕੁਝ ਨਵਾਂ ਸਿੱਖਣ ਨੂੰ ਮਿਲਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।